सिंड्रेला ਅਤੇ ਦੁਸ਼ਟ ਪਰੀ। ਇੱਕ ਸਮੇਂ ਦੀ ਗੱਲ ਹੈ, ਦੂਰ ਦੇਸ਼ ਵਿੱਚ ਸਿੰਡਰੇਲਾ ਨਾਂ ਦੀ ਇੱਕ ਬਹੁਤ ਸੋਹਣੀ ਰਾਜਕੁਮਾਰੀ ਰਹਿੰਦੀ ਸੀ। ਸਿੰਡਰੇਲਾ ਦਾ ਵਿਆਹ ਸੋਹਣੇ ਰਾਜਕੁਮਾਰ ਲੀਓ ਨਾਲ ਹੋਇਆ। ਉਹ ਦੋਵੇਂ ਬਹੁਤ ਵੱਡੇ ਮਹਿਲ ਵਿੱਚ ਖੁਸ਼ੀ ਨਾਲ ਰਹਿ ਰਹੇ ਸੀ, ਆਪਣੇ ਜੀਵਨ ਦਾ ਆਨੰਦ ਮਾਣਦੇ ਹੋਏ। ਪਰ ਇੱਧਰ ਸਿੰਡਰੇਲਾ ਦੇ ਘਰ ਵਿੱਚ ਉਸ ਦੀ ਮਤਰੇਈ ਮਾਂ ਲੇਡੀ ਪਫੀ ਤੇ ਉਸ ਦੀ ਦੋਵੇਂ ਧੀਆਂ ਪਰੇਸ਼ਾਨ ਤੇ ਜਲੇਵੇ ਨਾਲ ਭਰੀਆਂ ਹੋਈਆਂ ਸੀ। ਜੇ ਮੈਂ ਉਸ ਮਹਿਲ ਵਿੱਚ ਰਹਿ ਰਹੀ ਹੁੰਦੀ ਤਾਂ ਮੈਂ ਸਭ ਤੋਂ ਵਧੀਆ ਬਾਲਸ ਅਤੇ ਡਾਂਸਿਸ ਵਿੱਚ ਜਾਂਦੀ। ਮੈਂ ਹਰ ਸ਼ਾਮ ਮਹਿਲ ਵਿੱਚ ਸਭ ਤੋਂ ਸਵਾਦ ਖਾਣੇ ਖਾ ਰਹੀ ਹੁੰਦੀ। ਇੱਥੋਂ ਤੱਕ ਕਿ ਉਹਨਾਂ ਦੀ ਬਿੱਲੀ ਪਾਪੂ ਮਹਿਲ ਵਿੱਚ ਇੱਕ ਵਧੀਆ ਜੀਵਨ ਦੇ ਸੁਪਨੇ ਵੇਖ ਰਹੀ ਸੀ। ਲੇਡੀ ਪਫੀ ਇੰਨੇ ਗੁੱਸੇ ਵਿੱਚ ਸੀ ਕਿ ਉਸਨੇ ਸਿੰਡਰੇਲਾ ਦੀਆਂ ਚੀਜ਼ਾਂ ਨੂੰ ਕੋਠੇ ਦੀ ਬਾਰੀ ਤੋਂ ਇੱਕ-ਇੱਕ ਕਰਕੇ ਬਾਹਰ ਸੁੱਟ ਦਿੱਤਾ। ਸਾਨੂੰ ਇਹਨਾਂ ਵਿੱਚੋਂ ਹੁਣ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ, ਇਹ ਸਭ ਬੇਕਾਰ ਨੇ। ਅਚਾਨਕ ਲੇਡੀ ਪਫੀ ਨੇ ਇੱਕ ਬਾਕਸ ਵੇਖਿਆ ਜੋ ਕਮਰੇ ਦੇ ਕੋਨੇ ਵਿੱਚ ਪਿਆ ਹੋਇਆ ਸੀ। ਬੜੇ ਉਤਸ਼ਾਹ ਦੇ ਨਾਲ ਉਸਨੇ ਉਹਨੂੰ ਖੋਲ੍ਹਿਆ ਅਤੇ ਇੱਕ ਪੁਰਾਣੀ ਪਾਕਟ ਘੜੀ ਵੇਖੀ। ਲੇਡੀ ਪਫੀ ਨੇ ਜੇਬ ਘੜੀ ਚੁੱਕੀ ਅਤੇ ਲਿਵਿੰਗ ਰੂਮ ਵਿੱਚ ਚਲੀ ਗਈ। ਕੁੜੀਆਂ ਵੀ ਪੁਰਾਣੀ ਘੜੀ ਨੂੰ ਵੇਖ ਕੇ ਬਹੁਤ ਉਤਸ਼ਾਹਿਤ ਸੀਗੀਆਂ ਅਤੇ ਉਹਨਾਂ ਨੇ ਇਸ ਨੂੰ ਖੋਲ੍ਹਣ ਦੇ ਲਈ ਘੜੀ ਦੇ ਸਾਈਡ ਤੇ ਲੱਗਿਆ ਬਟਨ ਦਬਾਇਆ ਤਾਂ ਜੋ ਵੇਖ ਸਕਣ ਕਿ ਇਸ ਦੇ ਅੰਦਰ ਕੀ ਲੁਕਿਆ ਸੀ। ਇਹ ਇੱਕ ਸਧਾਰਨ ਸ਼ੀਸ਼ੇ ਦੇ ਨਾਲ ਇੱਕ ਸਧਾਰਨ ਜਿਹੀ ਘੜੀ ਲੱਗਦੀ ਸੀ, ਸਿਵਾਏ ਇਸ ਦੇ ਕਿ ਘੜੀ ਦੇ ਹੱਥ ਪਿੱਛੇ ਦੇ ਵੱਲ ਮੁੜਦੇ ਸਨ। ਅਚਾਨਕ ਘੜੀ ਵਿੱਚੋਂ ਚਮਕਦਾਰ ਰੌਸ਼ਨੀ ਬਾਹਰ ਚਮਕਣ ਲੱਗੀ ਅਤੇ ਪੂਰੇ ਕਮਰੇ ਨੂੰ ਰੌਸ਼ਨ ਕਰ ਦਿੱਤਾ। ਉਹ ਸਾਰੇ ਹੈਰਾਨ ਸੀ ਕਿ ਅਚਾਨਕ ਇੱਕ ਦੁਸ਼ਟ ਪਰੀ ਉਹਨਾਂ ਦੇ ਸਾਹਮਣੇ ਪ੍ਰਗਟ ਹੋਈ। ਆਖਰਕਾਰ ਮੈਂ ਅਸਲੀ ਦੁਨੀਆ ਵਿੱਚ ਵਾਪਸ ਆ ਗਈ। ਤੂੰ ਕੌਣ ਹੈ? ਮੈਂ ਅਤੀਤ ਦੀ ਪਰੀਆਂ, ਮੇਰਾ ਨਾਂ ਕਾਇਰਾ ਬੈਲ ਹੈ। ਕਾਇਰਾ ਬੈਲ ਨੂੰ ਪਰੀਆਂ ਦੀ ਦੁਨੀਆ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਇੱਕ ਦੁਸ਼ਟ ਕਰੂਰ ਪਰੀ ਸੀ। ਉਸਨੇ ਲੇਡੀ ਪਫੀ ਅਤੇ ਉਸ ਦੀਆਂ ਧੀਆਂ ਨੂੰ ਕਿਹਾ, ਤੁਹਾਡੇ ਵਿੱਚੋਂ ਜਿਸਨੇ ਵੀ ਮੈਨੂੰ ਬਚਾਇਆ ਹੈ, ਇੱਕ ਵਾਰ ਮੰਗ ਸਕਦੀ ਹੈ ਜੋ ਵੀ ਤੁਸੀਂ ਚਾਹੋ। ਮੈਂ ਤੁਹਾਨੂੰ ਬਚਾਇਆ ਹੈ। ਮੈਂ ਬਚਾਇਆ ਹੈ। ਦੁਸ਼ਟ ਪਰੀ ਕਾਇਰਾ ਬੈਲ ਨੇ ਵਰ ਮੰਗਣ ਦੇ ਲਈ ਲੇਡੀ ਪਫੀ ਨੂੰ ਚੁਣਿਆ ਅਤੇ ਬਿਨਾਂ ਕਿਸੇ ਹਿਚਕਿਚਾਹਟ ਦੇ ਲੇਡੀ ਪਫੀ ਨੇ ਇੱਕ ਵਰ ਮੰਗਿਆ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਮੇਂ ਨੂੰ ਵਾਪਸ ਨਾਈਟ ਆਫ ਬਾਲ ਵਿੱਚ ਲੈ ਜਾਓ। ਪ੍ਰਿੰਸ ਲੀਓ ਦਾ ਵਿਆਹ ਮੇਰੀ ਇੱਕ ਸੋਹਣੀ ਧੀ ਨਾਲ ਹੋਣਾ ਚਾਹੀਦਾ ਹੈ। ਦੁਸ਼ਟ ਪਰੀ ਨੇ ਆਪਣੇ ਜਾਦੂ ਦੀ ਛੜੀ ਜੇਬ ਘੜੀ ਤੇ ਲਹਿਰਾਈ ਅਤੇ ਉਸੇ ਵੇਲੇ ਪੂਰੇ ਦੇਸ਼ ਦੀ ਹਰ ਘੜੀ ਪਿੱਛੇ ਦੇ ਵੱਲ ਮੁੜ ਗਈ। ਜਦੋਂ ਅਜਿਹਾ ਹੋਇਆ, ਸਿੰਡਰੇਲਾ ਨੇ ਅਚਾਨਕ ਆਪਣੇ ਆਪ ਨੂੰ ਸਮੇਂ ਵਿੱਚ ਵਾਪਸ ਪਾਇਆ ਜਿਸ ਰਾਤ ਉਸ ਦਾ ਵਿਆਹ ਰਾਜਕੁਮਾਰ ਨਾਲ ਹੋਇਆ ਸੀ। ਤਦ ਸਮਾਂ ਫਿਰ ਤੋਂ ਪਿੱਛੇ ਘੁੰਮ ਗਿਆ ਜਦੋਂ ਉਹ ਉਸ ਵਿਸ਼ਾਲ ਹਵੇਲੀ ਵਿੱਚ ਸੀ ਜੋ ਕੱਚ ਦੇ ਸਲਿੱਪਰ ਦੇ ਲਈ ਬਣਾਈ ਗਈ ਸੀ। ਉਸਨੇ ਫਿਰ ਤੋਂ ਹਵੇਲੀ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਦ ਉਹ ਫਿਰ ਤੋਂ ਸਮੇਂ ਵਿੱਚ ਵਾਪਸ ਚਲੀ ਗਈ ਜਦੋਂ ਲੇਡੀ ਪਫੀ ਤੇ ਉਸ ਦੀਆਂ ਧੀਆਂ ਉਸ ਨੂੰ ਘਰ 'ਚ ਬੰਦ ਕਰਕੇ ਗਲਾਸ ਸਲਿੱਪਰਸ ਨੂੰ ਪਾ ਕੇ ਵੇਖਣ ਦੇ ਲਈ ਹਵੇਲੀ ਗਈਆਂ ਸੀ। ਪ੍ਰਿੰਸ ਲੀਓ ਨੂੰ ਸਿੰਡਰੇਲਾ ਦੇ ਸਲਿੱਪਰਸ ਮਹਿਲ ਦੀਆਂ ਪੌੜੀਆਂ ਤੇ ਮਿਲੇ ਸੀ ਅਤੇ ਫਿਰ ਘੜੀ ਵਿੱਚ 12 ਵਜੇ ਕਮਾਲ ਦਾ ਡਾਂਸ ਇੱਕ ਵਾਰ ਫੇਰ ਹੋਇਆ। ਫਿਰ ਸਿੰਡਰੇਲਾ ਨੇ ਆਪਣੇ ਪੰਪਕਿਨ ਕੋਚ ਵਿੱਚ ਮਹਿਲ ਦਾ ਰੁਖ ਕੀਤਾ। ਸਮਾਂ ਪਿੱਛੇ ਦੇ ਵੱਲ ਖਿਸਕਦਾ ਰਿਹਾ ਜਦ ਤੱਕ ਕਿ ਸਿੰਡਰੇਲਾ ਨੇ ਖੁਦ ਨੂੰ ਚੈਡਰ ਅਤੇ ਮੋਜ਼ਰੇਲਾ ਦੇ ਨਾਲ ਹੈਜ਼ਲਨਟ ਦੇ ਪੇੜ ਦੇ ਥੱਲੇ ਬੈਠਿਆਂ ਪਾਇਆ ਅਤੇ ਪਰੀ ਲੀਆ ਬੈਲ ਫਿਰ ਤੋਂ ਵਾਪਸ ਆ ਗਈ। ਸੋਹਣੀ ਸਿੰਡਰੇਲਾ, ਮੈਂ ਤੇਰੀ ਮਦਦ ਕਰਨ ਲਈ ਆਈ ਹਾਂ। ਲੀਆ ਬੈਲ, ਕੀ ਚੱਲ ਰਿਹਾ ਹੈ? ਪ੍ਰਿੰਸ ਲੀਓ ਹੁਣ ਮੈਨੂੰ ਨਹੀਂ ਜਾਣਦੇ।
ਇਹ ਜ਼ਰੂਰ ਮੇਰੀ ਦੁਸ਼ਟ ਭੈਣ ਕਾਇਰਾ ਬੈਲ ਦਾ ਕੰਮ ਹੋਣਾ। ਲੀਆ ਬੈਲ ਨੇ ਪਰੀਆਂ ਦੀ ਦੁਨੀਆ ਦੀ ਕੁਝ ਰਹੱਸਮਈ ਬਾਕਸ ਦੇ ਬਾਰੇ 'ਚ ਦੱਸਿਆ। ਉਸ ਬਕਸੇ ਨੂੰ ਖੋਲਣਾ ਸਖਤ ਮਨਾ ਸੀ, ਪਰ ਪਰੀ ਕਾਇਰਾ ਬੈਲ ਨੇ ਇਸ ਨੂੰ ਕਿਸੇ ਤਰ੍ਹਾਂ ਖੋਲ ਦਿੱਤਾ ਹੈ। ਉਸਨੇ ਦੱਸਿਆ ਕਿ ਕਾਇਰਾ ਬੈਲ ਨੂੰ ਸਜ਼ਾ ਦਿੱਤੀ ਗਈ ਹੈ ਅਤੇ ਇੱਕ ਪੁਰਾਣੀ ਪਾਕਟ ਘੜੀ ਵਿੱਚ ਕੈਦ ਕੀਤਾ ਗਿਆ ਸੀ। ਬਹੁਤ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਉਸ ਨੂੰ ਲੇਡੀ ਪਫੀ ਅਤੇ ਉਸ ਦੀਆਂ ਧੀਆਂ ਨੇ ਕੈਦ ਤੋਂ ਆਜ਼ਾਦ ਕਰ ਦਿੱਤਾ ਹੈ। ਉਸਨੇ ਸਿੰਡਰੇਲਾ ਨੂੰ ਵਿਖਾਇਆ ਕਿ ਕਾਇਰਾ ਬੈਲ ਹੁਣ ਉਹਨਾਂ ਦੇ ਨਾਲ ਸੀ। ਲੇਡੀ ਪਫੀ ਨੇ ਕਾਇਰਾ ਬੈਲ ਤੋਂ ਇੱਕ ਭਿਆਨਕ ਇੱਛਾ ਮੰਗੀ ਹੈ। ਇਸ ਨੂੰ ਠੀਕ ਕਰਨ ਦੇ ਲਈ ਸਾਨੂੰ ਉਸ ਨੂੰ ਵਾਪਸ ਉਸ ਘੜੀ ਦੇ ਅੰਦਰ ਬੰਦ ਕਰਨਾ ਪਵੇਗਾ। ਮੈਂ ਰਾਜ਼ੀ ਹਾਂ, ਪਰ ਕਿਵੇਂ? ਲੀਆ ਬੈਲ, ਸਿੰਡਰੇਲਾ ਅਤੇ ਉਸ ਦੇ ਛੋਟੇ ਦੋਸਤਾਂ ਨੇ ਇੱਕ ਯੋਜਨਾ ਬਣਾਈ। ਕੁਝ ਹੋਰ ਦਿਨ ਪਿੱਛੇ ਵੱਲ ਮੁੜ ਗਏ। ਮਹਿਲ ਦੇ ਰਾਜਦੂਤ ਨੇ ਫਿਰ ਤੋਂ ਬਾਲ ਦੀ ਮੁਨਾਦੀ ਕੀਤੀ, ਪਰ ਇਸ ਵਾਰ ਕੈਸੈਂਡਰਾ ਅਤੇ ਜੈਜ਼ਾਬੈਲ ਨੇ ਸਿੰਡਰੇਲਾ ਨੂੰ ਬਾਲ ਦੇ ਬਾਰੇ 'ਚ ਨਹੀਂ ਦੱਸਿਆ ਅਤੇ ਆਪਣੀ ਬਾਲਰੂਮ ਡਰੈਸਿਸ ਨੂੰ ਲੁੱਕ-ਲੁੱਕ ਕੇ ਪਾ ਕੇ ਵੇਖਿਆ। ਅਗਲੇ ਦਿਨ ਸਿੰਡਰੇਲਾ ਨੂੰ ਬਾਲ ਤੇ ਜਾਣ ਤੋਂ ਰੋਕਣ ਦੇ ਲਈ ਲੇਡੀ ਪਫੀ ਨੇ ਉਸ ਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਆਪਣੀ ਧੀਆਂ ਦੇ ਨਾਲ ਬਿਨਾਂ ਕੁਝ ਕਹੇ ਚਲੀ ਗਈ। ਬਾਲਰੂਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਾਇਰਾ ਬੈਲ ਉਹਨਾਂ ਦੇ ਕੋਲ ਨਜ਼ਰ ਆਈ। ਉਸਨੇ ਆਪਣੀ ਜਾਦੂ ਦੀ ਛੜੀ ਲਹਿਰਾਈ ਅਤੇ ਕੈਸੈਂਡਰਾ ਤੇ ਇੱਕ ਪਿਆਰ ਦਾ ਜਾਦੂ ਚਲਾਇਆ। ਜਿਵੇਂ ਹੀ ਕੈਸੈਂਡਰਾ ਬਾਲਰੂਮ ਵਿੱਚ ਦਾਖਲ ਹੋਈ, ਉਸਨੇ ਪ੍ਰਿੰਸ ਲੀਓ ਦਾ ਧਿਆਨ ਖਿੱਚ ਲਿਆ। ਪਿਆਰ ਦੇ ਜਾਦੂ ਦੀ ਬਦੌਲਤ ਰਾਜਕੁਮਾਰ ਉਸ ਦੇ ਵੱਲ ਵਧਿਆ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਉਹਦੇ ਨਾਲ ਡਾਂਸ ਕਰੇਗੀ। ਹਾਂ। ਇਸ ਦਰਮਿਆਨ ਸਿੰਡਰੇਲਾ ਅਤੇ ਉਸ ਦੇ ਛੋਟੇ ਦੋਸਤ ਹਾਲੇ ਵੀ ਕੋਠੜੀ ਵਿੱਚ ਬੰਦ ਚੰਗੀ ਪਰੀ ਦਾ ਇੰਤਜ਼ਾਰ ਕਰ ਰਹੇ ਸੀ। ਚਿੱਟਾ ਕਬੂਤਰ ਸਿੰਡਰੇਲਾ ਦੀ ਛੋਟੀ ਬਾਰੀ ਤੇ ਪੁਰਾਣੀ ਪਾਕਟ ਘੜੀ ਨੂੰ ਲੈ ਕੇ ਪਹੁੰਚਿਆ, ਜਿਸ ਵਿੱਚ ਕਾਇਰਾ ਬੈਲ ਪਹਿਲਾਂ ਤੋਂ ਕੈਦ ਸੀ। ਕੁਝ ਹੀ ਸਮੇਂ ਬਾਅਦ ਉਹਨਾਂ ਦੇ ਸਾਹਮਣੇ ਚੰਗੀ ਪਰੀ ਲੀਆ ਬੈਲ ਆਈ। ਸਾਨੂੰ ਹੇਜ਼ਲਨਟ ਦੇ ਪੇੜ ਤੇ ਜਾਣਾ ਹੋਵੇਗਾ ਹੁਣੇ। ਚੰਗੀ ਪਰੀ ਨੇ ਆਪਣੀ ਜਾਦੂ ਦੀ ਛੜੀ ਇੱਕ ਵਾਰ ਲਹਿਰਾਈ ਅਤੇ ਅਚਾਨਕ ਸਿੰਡਰੇਲਾ ਤੇ ਉਸ ਦੇ ਦੋਸਤਾਂ ਨੇ ਖੁਦ ਨੂੰ ਫੇਰ ਤੋਂ ਹੇਜ਼ਲਨਟ ਦੇ ਪੇੜ ਦੇ ਥੱਲੇ ਪਾਇਆ, ਪਰ ਪੇੜ ਦੇ ਪਿੱਛੇ ਤੋਂ ਦੁਸ਼ਟ ਪਰੀ ਕਾਇਰਾ ਬੈਲ ਨੇ ਆ ਕੇ ਉਹਨਾਂ ਨੂੰ ਚੁਕਾ ਦਿੱਤਾ। ਤੁਹਾਡਾ ਪਲਾਨ ਫੇਲ ਹੋ ਜਾਵੇਗਾ। ਸਿੰਡਰੇਲਾ ਇਹ ਕਦੇ ਨਹੀਂ ਕਰ ਸਕੇਗੀ ਤੇ ਹੁਣ ਤੇਰਾ ਸਮਾਂ ਹੈ ਘੜੀ ਵਿੱਚ ਕੈਦ ਹੋਣ ਦਾ, ਲੀਆ ਬੈਲ। ਦੁਸ਼ਟ ਪਰੀ ਨੇ ਆਪਣੀ ਸਾਰੀ ਬੁਰੀ ਸ਼ਕਤੀਆਂ ਦੇ ਨਾਲ ਲੀਆ ਬੈਲ ਤੇ ਆਪਣਾ ਜਾਦੂ ਫੂਕਿਆ ਅਤੇ ਲੀਆ ਬੈਲ ਨੇ ਆਪਣੀ ਜਾਦੂ ਦੀ ਛੜੀ ਦੇ ਨਾਲ ਉਸ ਨਾਲ ਯੁੱਧ ਕੀਤਾ। ਜ਼ਬਰਦਸਤ ਲੜਾਈ ਨੂੰ ਵੇਖ ਕੇ ਡਰ ਦੇ ਮਾਰੇ ਛੋਟੇ ਚੂਹੇ ਤੇ ਕਬੂਤਰ ਸਿੰਡਰੇਲਾ ਦੇ ਪਿੱਛੇ ਲੁਕ ਗਏ। ਲੀਆ ਬੈਲ ਦੀ ਛੜੀ ਹੋਰ ਮਜ਼ਬੂਤ ਹੁੰਦੀ ਗਈ ਤੇ ਅੰਤ ਵਿੱਚ ਦੁਸ਼ਟ ਪਰੀ ਹਾਰ ਗਈ ਅਤੇ ਚਿੱਤ ਹੋ ਕੇ ਥੱਲੇ ਜ਼ਮੀਨ ਤੇ ਡਿੱਗ ਪਈ। ਸਿੰਡਰੇਲਾ, ਘੜੀ ਖੋਲ, ਛੇਤੀ ਕਰ। ਨਹੀਂ, ਮੈਂ ਫੇਰ ਤੋਂ ਉਸ ਘੜੀ ਦੇ ਅੰਦਰ ਕੈਦ ਨਹੀਂ ਹੋ ਸਕਦੀ। ਸਿੰਡਰੇਲਾ ਨੇ ਛੇਤੀ ਨਾਲ ਘੜੀ ਆਪਣੇ ਹੱਥ ਵਿੱਚ ਖੋਲ ਲਈ। ਦੁਸ਼ਟ ਪਰੀ ਕਾਇਰਾ ਬੈਲ ਹੌਲੇ-ਹੌਲੇ ਗਾਇਬ ਹੋ ਗਈ ਅਤੇ ਇੱਕ ਵਾਰ ਫੇਰ ਘੜੀ ਦੇ ਸ਼ੀਸ਼ੇ ਵਿੱਚ ਸਮਾ ਗਈ। ਦੇਸ਼ ਦੀਆਂ ਸਾਰੀਆਂ ਘੜੀਆਂ ਫੇਰ ਤੋਂ ਸਹੀ ਢੰਗ ਨਾਲ ਚੱਲਣ ਲੱਗੀਆਂ, ਪਰ ਬੇਸ਼ੱਕ ਇਹ ਕਹਾਣੀ ਦਾ ਅੰਤ ਨਹੀਂ ਸੀ। ਮੈਨੂੰ ਬਾਲ ਦੇ ਲਈ ਬਹੁਤ ਦੇਰ ਹੋ ਚੁੱਕੀ ਹੈ, ਲੀਆ ਬੈਲ। ਚੰਗੀ ਪਰੀ ਨੇ ਇੱਕ ਜਾਦੂਈ ਛੋਹ ਦੇ ਨਾਲ ਸਿੰਡਰੇਲਾ ਨੂੰ ਇੱਕ ਕਮਾਲ ਦੀ ਪੋਸ਼ਾਕ ਅਤੇ ਉਸ ਦੇ ਮਸ਼ਹੂਰ ਕੱਚ ਦੇ ਸਲੀਪਰਸ ਦਿੱਤੇ। ਕੁਝ ਹੀ ਪਲਾਂ ਦੇ ਬਾਅਦ ਜਾਦੂ ਦੀ ਥੋੜੀ ਮਦਦ ਨਾਲ ਉਸਨੇ ਕਬੂਤਰ ਨੂੰ ਇੱਕ ਵੱਡੇ ਪੰਛੀ ਵਿੱਚ ਬਦਲ ਦਿੱਤਾ ਤੇ ਸਿੰਡਰੇਲਾ ਕਬੂਤਰ ਦੀ ਪਿੱਠ ਤੇ ਬਹਿ ਗਈ ਤੇ ਬਿਨਾਂ ਇੱਕ ਪਲ ਗਵਾਏ ਉਹ ਛੇਤੀ ਨਾਲ ਮਹਿਲ ਦੇ ਵੱਲ ਉੱਡ ਗਏ। ਪਰ ਜਦੋਂ ਉਹ ਉੱਥੇ ਪਹੁੰਚੀ ਤਾਂ ਉਸਨੇ ਰਾਜਕੁਮਾਰ ਲੀਓ ਨੂੰ ਕੈਸੈਂਡਰਾ ਦੇ ਨਾਲ ਨੱਚਦੇ ਵੇਖਿਆ।
ਮੋਜ਼ਰੇਲਾ ਅਤੇ ਚੈਡਰ ਰਾਜਕੁਮਾਰ ਦੇ ਵੱਲ ਦੌੜੇ ਅਤੇ ਉਸ ਨੂੰ ਉਸਦੇ ਜਾਦੂ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ। ਹੇ ਬਵਲ ਦੀ ਸਭ ਤੋਂ ਸੋਹਣੀ ਕੁੜੀ ਉੱਥੇ ਹੈ। ਸਭ ਤੋਂ ਸੋਹਣੀ ਮੁਟਿਆਰ? ਜੋ ਵੀ ਹੋਏ ਸਾਨੂੰ ਨੱਚਣ ਦਿਓ। ਉਹ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਤੁਸੀਂ ਜਾਓ। ਜਿਵੇਂ ਹੀ ਪ੍ਰਿੰਸ ਲੀਓ ਨੇ ਸਿੰਡਰੈਲਾ ਨੂੰ ਵੇਖਿਆ, ਉਹਨੂੰ ਫੇਰ ਤੋਂ ਉਸ ਨਾਲ ਪਿਆਰ ਹੋ ਗਿਆ ਅਤੇ ਸੱਚੇ ਪ੍ਰੇਮ ਦੇ ਜਾਦੂ ਨੇ ਬੁਰੀ ਪਰੀ ਦੇ ਜਾਦੂ ਨੂੰ ਨਸ਼ਟ ਕਰ ਦਿੱਤਾ। ਸਿੰਡਰੈਲਾ ਅਤੇ ਪ੍ਰਿੰਸ ਲੀਓ ਨੇ ਨੱਚਣਾ ਸ਼ੁਰੂ ਕਰ ਦਿੱਤਾ। ਲੱਗਦਾ ਹੈ ਮੈਂ ਤੁਹਾਨੂੰ ਜਾਣਦਾ ਹਾਂ। ਇਹ ਖੂਬਸੂਰਤ ਚਿਹਰਾ ਜਾਣਿਆ ਪਛਾਣਿਆ ਲੱਗ ਰਿਹਾ ਹੈ। ਸਿੰਡਰੈਲਾ ਨੇ ਖੁਸ਼ੀ-ਖੁਸ਼ੀ ਰਾਜਕੁਮਾਰ ਦੇ ਨਾਲ ਡਾਂਸ ਕੀਤਾ। ਮੋਜ਼ਰੇਲਾ ਅਤੇ ਚੈਡਰ ਵੀ ਨੱਚ ਰਹੇ ਸਨ। ਅੰਤ ਵਿੱਚ ਸਭ ਕੁਝ ਉਵੇਂ ਸੀ ਜਿਵੇਂ ਹੋਣਾ ਚਾਹੀਦਾ ਸੀ। ਕੁਝ ਹੀ ਦਿਨਾਂ ਵਿੱਚ ਸਿੰਡਰੈਲਾ ਅਤੇ ਰਾਜਕੁਮਾਰ ਦਾ ਫਿਰ ਤੋਂ ਵਿਆਹ ਹੋ ਗਿਆ ਅਤੇ ਉਹਨਾਂ ਦੇ ਪਿਆਰੇ ਦਿਲ ਫਿਰ ਤੋਂ ਇੱਕ ਦੂਜੇ ਨੂੰ ਜਾਣ ਲੱਗੇ। ਜਦਕਿ ਲੇਡੀ ਪਫੀ ਅਤੇ ਉਸ ਦੀਆਂ ਧੀਆਂ ਜਲੇਵੇ ਦੇ ਮਾਰੇ ਪਾਗਲ ਹੋ ਰਹੀਆਂ ਸੀ। ਅਸੀਂ ਇਹ ਫੇਰ ਤੋਂ ਨਹੀਂ ਕਰ ਸਕੇ।